ਅਕਾਲ ਸਾਰਿਆਂ ਨੂੰ ਆਪ ਜੀ ਦਾ ਸਾਡੇ ਪੰਜਾਬੀ ਕਲਾਸਿਸ ਚੈਨਲ ਵਿੱਚ ਬਹੁਤ ਸਵਾਗਤ ਹੈ। ਅੱਜ ਅਸੀਂ 10th ਕਲਾਸ ਦੀ ਵੰਨਗੀ ਬੁੱਕ ਦਾ ਦੂਜਾ ਪਾਠ ਅੰਗ ਸੰਗ ਦੇ ਮੋਸਟ ਇੰਪੋਰਟੈਂਟ ਕੁਐਸਚਨਸ ਕਰਾਂਗੇ। ਪਹਿਲਾਂ ਅਸੀਂ 1 ਅੰਕ ਦੇ ਪ੍ਰਸ਼ਨ ਕਰਾਂਗੇ, ਉਸ ਤੋਂ ਬਾਅਦ 2 ਜਾਂ 3 ਅੰਕ ਦੇ ਪ੍ਰਸ਼ਨ ਕਰਾਂਗੇ। ਅੰਗ ਸੰਗ ਕਹਾਣੀ ਕਿਸ ਦੀ ਲਿਖੀ ਹੋਈ ਹੈ? ਵਰਿਆਮ ਸਿੰਘ ਸੰਧੂ ਦੀ। ਵਰਿਆਮ ਸਿੰਘ ਸੰਧੂ ਦਾ ਜਨਮ ਕਦੋਂ ਹੋਇਆ? 10 ਸਤੰਬਰ 1945। ਅੰਗ ਸੰਗ ਕਹਾਣੀ ਦੀ ਮੁੱਖ ਸਮੱਸਿਆ ਕੀ ਹੈ? ਨਸ਼ਾ। ਅੰਗ ਸੰਗ ਕਹਾਣੀ ਦਾ ਮੁੱਖ ਪਾਤਰ ਕੌਣ ਹੈ? ਅਮਰੀਕ ਸਿੰਘ। ਅਮਰੀਕ ਸਿੰਘ ਜੀ ਦੇ ਪਿਤਾ ਦਾ ਨਾਂ ਸੀ ਕਰਤਾਰ ਸਿੰਘ। ਅਮਰੀਕ ਆਪਣੀ ਤਨਖਾਹ ਕਿਸ ਨੂੰ ਦਿੰਦਾ ਸੀ? ਮਾਂ ਨੂੰ। ਅਮਰੀਕ ਸਿੰਘ ਦੇ ਮਾਸਟਰ ਦਾ ਨਾਂ ਕੀ ਸੀ? ਮੁਲਕ ਰਾਜ। ਅਮਰੀਕ ਦੀ ਸੋਚਣੀ ਪਿਓ ਕਿਹੋ ਜਿਹੇ ਹੋਣੇ ਚਾਹੀਦੇ ਹਨ? ਧੌਲੀ ਦਾੜੀ ਵਾਲੇ। ਅਮਰੀਕ ਦਾ ਪਿਓ ਕਿਹੜਾ ਨਸ਼ਾ ਕਰਦਾ ਸੀ? ਸ਼ਰਾਬ ਅਤੇ ਅਫੀਮ ਦਾ। ਕਰਤਾਰ ਸਿੰਘ ਦੀ ਮੌਤ ਦਾ ਕਾਰਨ ਕੀ ਹੈ? ਨਸ਼ਾ। ਕਰਤਾਰ ਸਿੰਘ ਦੀ ਮੌਤ ਕਿੰਨੇ ਸਾਲ ਦੀ ਉਮਰ ਵਿੱਚ ਹੋਈ? 45। ਕਰਤਾਰ ਸਿੰਘ ਨੇ ਕਿਹੋ ਜਿਹੇ ਸ਼ੁਗਲ ਪਾਏ ਹੋਏ ਸਨ? ਕੌਡੀ ਖੇਡਣ ਸ਼ਿਕਾਰੀ ਕੁੱਤੇ ਦੇ। ਕਰਤਾਰ ਸਿੰਘ ਨੇ ਕਿੰਨੇ ਰੁਪਏ ਵਿਆਜ 'ਤੇ ਲਿੱਤੇ? 500। ਕਰਤਾਰ ਸਿੰਘ ਕਰ ਦਾ ਪਤੀਲਾ ਕਿਸ ਨੂੰ ਵੇਚਦਾ ਹੈ? ਚੈਂਚਲ ਕਈ ਵਾਲੇ ਨੂੰ। ਅਮਰੀਕ ਨੂੰ ਬਾਤਾਂ ਕੌਣ ਸੁਣਾਉਂਦਾ ਸੀ? ਬੀਰ। ਹੁਣ ਅਸੀਂ 2 ਜਾਂ 3 ਅੰਕਾਂ ਦੇ ਪ੍ਰਸ਼ਨ ਕਰ ਲੈਂਦੇ ਹਨ। ਲੇਖਕ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਅਤੇ ਉਸਦੇ ਮਾਤਾ ਪਿਤਾ ਦਾ ਕੀ ਨਾਂ ਸੀ? ਵਰਿਆਮ ਸਿੰਘ ਸੰਧੂ ਦਾ ਜਨਮ 10 ਸਤੰਬਰ 1945 ਈਸਵੀ ਨੂੰ ਮਾਤਾ ਸ਼੍ਰੀਮਤੀ ਜੋਗਿੰਦਰ ਕੌਰ ਅਤੇ ਸ਼੍ਰੀ ਦੀਦਾਰ ਸਿੰਘ ਦੇ ਘਰ ਪਿੰਡ ਚਵਿੰਡਾ ਕਲਾਂ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਵਰਿਆਮ ਸਿੰਘ ਸੰਧੂ ਦੀਆਂ ਕਿਹੜੀਆਂ ਰਚਨਾਵਾਂ ਹਨ? ਉਹਨਾਂ ਦੇ 4 ਕਹਾਣੀ ਸੰਗ੍ਰਹਿ ਲੋਹੇ ਦੇ ਹੱਥ, ਅੰਗ ਸੰਗ, ਭੱਜੀਆਂ ਬਾਹੀ ਅਤੇ ਚੌਥੀ ਕੁੱਠ ਲਿਖੇ। ਵਰਿਆਮ ਸਿੰਘ ਸੰਧੂ ਦੇ ਸਫ਼ਰਨਾਮੇ, ਇੱਕ ਜੀਵਨੀ ਅਤੇ 3 ਆਲੋਚਨਾ ਦੀਆਂ ਪੁਸਤਕਾਂ ਵੀ ਲਿਖੀਆਂ ਹਨ। ਲੰਬੀ ਕਹਾਣੀ ਨੇ ਸੰਧੂ ਨੂੰ ਬੇਹੱਦ ਪ੍ਰਸਿੱਧੀ ਦੇ ਪ੍ਰਵਾਨਗੀ ਹਾਸਲ ਕਰਵਾਈ। ਅੰਗ ਸੰਗ ਕਹਾਣੀ ਦੀ ਘਟਨਾ ਘਰ ਵਿੱਚ ਵਾਤਾਵਰਨ ਵਰਗੀ ਚੁੱਪ ਛਾਈ ਹੋਈ ਕਿਉਂ ਜਾਪਦੀ ਸੀ? ਕਰਤਾਰ ਸਿੰਘ ਦੀ ਮੌਤ ਪਿੱਛੋਂ ਉਸਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਪੈ ਗਿਆ ਸੀ। ਸਾਰੀ ਜ਼ਿੰਮੇਵਾਰੀ ਹੁਣ ਕਰਤਾਰ ਸਿੰਘ ਦੇ ਵੱਡੇ ਮੁੰਡੇ ਅਮਰੀਕ 'ਤੇ ਆ ਪਈ ਸੀ। ਅਸਲ ਵਿੱਚ ਸਾਰੇ ਸੋਗੀ ਅਵਸਥਾ ਵਿੱਚ ਸਨ ਤੇ ਇਸੇ ਲਈ ਘਰ ਵਿੱਚ ਹਨੇਰੇ ਵਾਤਾਵਰਨ ਵਰਗੀ ਚੁੱਪ ਛਾਈ ਹੋਈ ਸੀ। ਕਰਤਾਰ ਸਿੰਘ ਦੀ ਮੌਤ ਤੋਂ ਬਾਅਦ ਅਮਰੀਕ ਸਿੰਘ ਆਪਣੇ ਆਪ ਨੂੰ ਕਿਉਂ ਕੋਸਦਾ ਹੈ? ਕਰਤਾਰ ਸਿੰਘ ਨਸ਼ਿਆਂ ਦਾ ਆਦੀ ਸੀ, ਜਿਸ ਕਾਰਨ ਉਸਨੂੰ ਆਪਣੀ ਜ਼ਿੰਦਗੀ ਤੋਂ ਛੋਟੀ ਉਮਰ ਵਿੱਚ ਹੀ ਹੱਥ ਧੋਣੇ ਪਏ। ਉਸ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਅਮਰੀਕ ਸਿੰਘ, ਜੋ ਸਰਕਾਰੀ ਨੌਕਰੀ ਕਰਦਾ ਹੈ ਤੇ ਬਹੁਤਾ ਘਰੋਂ ਬਾਹਰ ਹੀ ਰਹਿੰਦਾ ਹੈ, ਦੇ ਸਿਰ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਅਤੇ ਮੁਸੀਬਤਾਂ ਦਾ ਪਹਾੜ ਟੁੱਟ ਪੈਂਦਾ ਹੈ। ਛੋਟੀ ਭੈਣ ਦੇ ਵਿਆਹ ਦੀ ਜ਼ਿੰਮੇਵਾਰੀ ਅਮਰੀਕ ਨੇ ਹੀ ਨਿਭਾਉਣੀ ਸੀ। ਪਿਤਾ ਦੀ ਮੌਤ ਤੋਂ ਬਾਅਦ ਉਹ ਆਪਣੇ ਆਪ ਨੂੰ ਵੀ ਕੋਸਦਾ ਹੈ ਕਿ ਜੇ ਉਹ ਪਿਤਾ ਦੇ ਜਿਉਂਦਾ ਉਸ ਵੱਲ ਧਿਆਨ ਦਿੰਦਾ ਤਾਂ ਸ਼ਾਇਦ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਇਹ ਦਿਨ ਦੇਖਣੇ ਨਾ ਪੈਂਦੇ। ਅਮਰੀਕ ਸਿੰਘ ਦੀ ਨਜ਼ਰ ਵਿੱਚ ਬਾਪ ਦੀ ਕਲਪਨਾ ਕਿਹੋ ਜਿਹੀ ਹੋਣੀ ਚਾਹੀਦੀ ਹੈ ਅਤੇ ਕਿਉਂ? ਕਰਤਾਰ ਸਿੰਘ ਆਪਣੇ ਪੁੱਤਰ ਅਮਰੀਕ ਸਿੰਘ ਨੂੰ ਬਹੁਤਾ ਪਿਆਰ ਕਰਦਾ ਸੀ। ਉਹ ਅਮਰੀਕ ਸਿੰਘ ਨੂੰ ਸਕੂਲ ਲੈ ਕੇ ਜਾ ਰਿਹਾ ਸੀ। ਉਸ ਦੀ ਸਰੀਰਕ ਬਣਤਰ ਅਜਿਹੀ ਸੀ ਕਿ ਉਹ ਨੌਜਵਾਨ ਹੀ ਜਾਪਦਾ ਸੀ। ਅਮਰੀਕ ਨੂੰ ਜਦ ਵੀ ਕੋਈ ਅਜਨਬੀ ਉਸਦੇ ਪਿਤਾ ਬਾਰੇ ਪੁੱਛਦਾ ਤਾਂ ਕਰਤਾਰ ਸਿੰਘ ਨੂੰ ਉਹ ਅਮਰੀਕ ਦਾ ਵੱਡਾ ਭਰਾ ਹੀ ਸਮਝਦਾ। ਅਮਰੀਕ ਨੂੰ ਇਹ ਚੰਗਾ ਨਹੀਂ ਲੱਗਦਾ ਸੀ। ਉਸ ਦੀ ਨਜ਼ਰ ਵਿੱਚ ਸਾਰੇ ਪਿਓਆਂ ਨੂੰ ਸਿਆਣੇ ਬਿਆਣੇ ਤੇ ਧੌਲੀ ਦਾੜੀ ਵਾਲੇ ਹੋਣਾ ਚਾਹੀਦਾ ਹੈ।
ਕਹਾਣੀ ਅੰਗ ਸੰਗ ਵਿੱਚ ਔਰਤਾਂ ਬਾਰੇ ਕੀ ਵਿਚਾਰ ਸਨ? ਕਹਾਣੀ ਅੰਗ ਸੰਗ ਵਿੱਚ ਔਰਤਾਂ ਲਈ ਚੰਗੇ ਵਿਚਾਰ ਨਹੀਂ ਸਨ। ਕਹਾਣੀ ਦੇ ਵਿੱਚ ਔਰਤਾਂ ਨੂੰ ਘਰ ਦੀ ਚਾਰ ਦੀਵਾਰੀ ਦੇ ਵਿੱਚ ਹੀ ਰਹਿ ਕੇ ਚੁੱਪਚਾਪ ਕੰਮ ਕਰਦੇ ਰਹਿਣਾ ਚਾਹੀਦਾ ਹੈ। ਅਮਰੀਕ ਦੀ ਦਾਦੀ ਕਰਤਾਰ ਸਿੰਘ ਨੂੰ ਇੰਜ ਤਾੜੀਆਂ ਵਿੱਚ ਫਿਰਨ ਤੋਂ ਵਰਜਦੀ ਰਹਿੰਦੀ, ਪਰ ਉਹ ਕਿਸ ਦੀ ਪਰਵਾਹ ਕਰਦਾ ਸੀ। ਉਹਨਾਂ ਦੇ ਅਨੁਸਾਰ ਪਤਨੀ ਤਾਂ ਜ਼ਰੂਰਤ ਹੀ ਨਹੀਂ ਸੀ ਉਸ ਦੇ ਅੱਗੇ ਉਭਾਸਰੇ। ਉਹਨਾਂ ਦੇ ਵਿਚਾਰਾਂ ਅਨੁਸਾਰ ਨਹੀਂ, ਜਨਾਨੀਆਂ ਦਾ ਕੰਮ ਬੰਦਿਆਂ ਦੇ ਮਾਮਲਿਆਂ 'ਚ ਦਖਲ ਦੇਣ ਦਾ ਨਹੀਂ ਤੇ ਇੰਜ ਦਿਨ ਗੁਜ਼ਰਦੇ ਰਹਿਣ। ਉਹ ਕਰਤਾਰ ਸੀਆਂ, ਜਦੋਂ ਮੈਂ ਆਉਂਦਾ ਸੋਚਦਾ ਤੇਰੇ ਨਾਲ ਕੋਈ ਦਿਲ ਦੀ ਗੱਲ ਕਰਾਂ। ਕਰਤਾਰ ਸਿੰਘ ਦੇ ਪਿਤਾ ਨੇ ਇਹ ਸ਼ਬਦ ਕਿਉਂ ਕਹੇ? ਜਦੋਂ ਕਰਤਾਰ ਸਿੰਘ ਦਾ ਪਿਤਾ 3-4 ਸਾਲਾਂ ਬਾਅਦ ਸਿੰਗਾਪੁਰ ਤੋਂ ਘਰ ਆਉਂਦਾ ਹੈ ਤਾਂ ਉਹ ਘਰ ਦੀ ਹਾਲਤ ਵੇਖਦਾ ਹੈ ਅਤੇ ਉਹ ਚਾਹੁੰਦਾ ਹੈ ਕਿ ਕਰਤਾਰ ਸਿੰਘ ਨਸ਼ੇ ਨੂੰ ਛੱਡ ਦੇਵੇ ਅਤੇ ਘਰ ਦੇ ਬਾਰੇ ਅਤੇ ਆਪਣੇ ਬੱਚਿਆਂ ਦੇ ਬਾਰੇ ਸੋਚਿਆ ਕਰੇ। ਉਹ ਆਪਣੇ ਪੁੱਤਰ ਨਾਲ ਪੈ ਕੇ ਆਪਣੇ ਦਿਲ ਦੀ ਗੱਲ ਕਰਨਾ ਚਾਹੁੰਦਾ ਹੈ, ਪਰ ਕਰਤਾਰ ਸਿੰਘ ਹਰ ਵੇਲੇ ਨਸ਼ੇ ਵਿੱਚ ਰਹਿੰਦਾ ਹੈ ਤੇ ਉਹ ਕਰਤਾਰ ਸਿੰਘ ਨੂੰ ਸਮਝਦਾ ਹੋਇਆ ਕਹਿੰਦਾ ਹੈ, ਫਜ਼ੂਲ ਖਰਚੀ ਵਿੱਚ ਪੈਸਾ ਘੱਟ ਉਡਾਇਆ ਕਰੀ, ਕੋਈ ਜ਼ਮੀਨ ਹੋਰ ਖਰੀਦ ਲਵੇ। ਉਹ ਦੱਸਦਾ ਕਿਵੇਂ ਉਹ ਰੋਟੀ ਤੋਂ ਆਤੁਰ ਹੋ ਕੇ ਕਰਜ਼ੇ ਹੇਠਾਂ ਦਬੇ ਜਾਣ ਤੇ ਜ਼ਮੀਨ ਗਹਿਣੇ ਪੈ ਜਾਣ ਤੇ ਘਰੋਂ ਨਿਕਲਿਆ ਸੀ ਤੇ ਕਿਵੇਂ ਉਸਨੂੰ ਹੌਲੀ ਹੌਲੀ ਕਹਿਣੇ ਪਈ ਸਾਰੀ ਪੈਲੀ ਛੁਡਵਾਈ ਸੀ। ਉਹ ਬਾਹਰਲੇ ਮੁਲਕਾਂ ਵਿੱਚ ਕੰਮ ਦੀ ਕਦਰ ਬਾਰੇ ਵਿਚਾਰ ਕਰਦਾ, ਜਿੱਥੇ ਨਿੱਕੇ ਤੋਂ ਨਿੱਕੇ ਕੰਮ ਕਰਨ ਦੇ ਕੋਈ ਨਮੋਸ਼ੀ ਨਹੀਂ ਸੀ ਸਮਝੀ ਜਾਂਦੀ। ਉਹ ਪੌਣਾ ਕਿੱਲਾ ਤਾਂ ਪਹਿਲਾਂ ਸਾਲ ਦਾ ਗਹਿਣੇ ਕਰ ਦਿੱਤਾ ਹੋਇਆ। ਜਾਗੀਰ ਕੌਰ ਨੇ ਇਹ ਸ਼ਬਦ ਕਿਉਂ ਕਹੇ? ਸਰਕਾਰੀ ਨੌਕਰੀ ਹੋਣ ਕਰਕੇ ਅਮਰੀਕ ਸਿੰਘ ਜ਼ਿਆਦਾ ਸਮਾਂ ਘਰ ਤੋਂ ਬਾਹਰ ਹੀ ਰਹਿੰਦਾ ਸੀ। ਜਦੋਂ ਉਹ ਮੁੜ ਨੌਕਰੀ ਤੋਂ ਜਾਣ ਲੱਗਾ ਤਾਂ ਉਹ ਚਾਹੁੰਦਾ ਸੀ ਕਿ ਉਸ ਪੌਣੇ ਕਿਲੋ ਵਿੱਚ ਪੱਠੇ ਬੀਜੇ ਜਾਣ। ਜਾਗੀਰ ਕੌਰ ਨੇ ਉਸਨੂੰ ਦੱਸਿਆ ਕਿ ਪਿਛਲੇ ਸਾਲ ਉਸਦੀ ਭੈਣ ਦੀ ਸੱਸ ਦੇ ਇਕੱਠ 'ਤੇ ਜਾਣ ਲਈ ਪੈਸਿਆਂ ਦਾ ਪ੍ਰਬੰਧ ਕਰਨ ਲਈ ਉਹ ਪੌਣਾ ਕਿੱਲਾ ਤਾਂ ਪਿਛਲੇ ਸਾਲ ਦਾ ਗਹਿਣਾ ਧਰ ਦਿੱਤਾ ਹੋਇਆ ਹੈ। ਅਮਰੀਕ ਸਿੰਘ ਨੂੰ ਆਪਣੇ ਘਰਦਿਆਂ ਨਾਲ ਕਿਸ ਗੱਲ ਦਾ ਇੰਤਜ਼ਾਰ ਸੀ? ਅਮਰੀਕ ਦਾ ਜ਼ਿਆਦਾ ਸਮੇਂ ਘਰ ਤੋਂ ਬਾਹਰ ਹੀ ਰਹਿੰਦਾ ਸੀ। ਉਸ ਦਾ ਘਰ ਵੱਲ ਇੰਨਾ ਜ਼ਿਆਦਾ ਧਿਆਨ ਨਹੀਂ ਸੀ। ਅਮਰੀਕ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਉਸਦੇ ਘਰਦਿਆਂ ਨੇ ਆਪਣੇ ਸਿਰ 'ਤੇ ਇੰਨਾ ਕਰਜ਼ਾ ਕਿਵੇਂ ਚੜ੍ਹਾ ਲਿਆ। ਉਹਨਾਂ ਨੇ ਪੈਸੇ ਕਿੱਥੇ ਵਰਤ ਲਏ? ਉਸਨੂੰ ਮਾਂ ਨਾਲ ਵੀ ਇਤਰਾਜ਼ ਸੀ ਕਿ ਉਹ ਸਾਰਾ ਕੁਝ ਉਸੇ ਕੋਲੋਂ ਲੁਕਾਉਂਦੀ ਰਹੀ। ਉਸਦੇ ਪਿਓ ਦੀਆਂ ਵਿਗੜੀਆਂ ਆਦਤਾਂ ਬਾਰੇ ਵੀ ਉਹ ਅਣਜਾਣ ਸੀ। ਕਰਤਾਰ ਸਿੰਘ ਆਪਣੀ ਭੈਣ ਦੀਆਂ ਕੁੜੀਆਂ ਦੇ ਵਿਆਹ 'ਤੇ ਚਿੱਠੀ ਆਉਣ 'ਤੇ ਖਿਝਿਆ ਕਿਉਂ ਰਹਿੰਦਾ ਸੀ? ਅਮਰੀਕ ਦੇ ਦਾਦੇ ਦੇ ਦੇਹਾਂਤ ਤੋਂ ਬਾਅਦ ਅਮਰੀਕ ਦੀਆਂ ਭੂਆ ਚਾਹੁੰਦੀ ਸੀ ਕਿ ਹੁਣ ਕਰਤਾਰ ਸਿੰਘ ਆਪਣੇ ਪਿਤਾ ਦੇ ਸਾਰੇ ਫਰਜ਼ ਪੂਰੇ ਕਰੇ। ਉਸ ਦੀ ਦੋਵੇਂ ਕੁੜੀਆਂ ਦਾ ਵਿਆਹ ਹੈ, ਉਹ ਵੀ ਨਸ਼ਾ ਨਾ ਕਰੇ ਅਤੇ ਉਹ ਆਪਣੇ ਭਰਾ ਨੂੰ ਬਣ ਠਣ ਕੇ ਆਉਣ ਲਈ ਕਹਿੰਦੀ ਹੈ। ਵਾਹੀ ਵਿੱਚੋਂ ਕੁਝ ਬਚਦਾ ਨਹੀਂ ਸੀ, ਪੈਸੇ ਦੇ ਪ੍ਰਬੰਧ ਕੋਈ ਹੋਇਆ ਨਹੀਂ ਸੀ, ਇਸ ਲਈ ਉਹ ਹਰਦਮ ਖਿਝਿਆ ਰਹਿੰਦਾ ਸੀ। ਸੁਸਾਇਟੀ ਦੇ ਇੰਸਪੈਕਟਰ ਨੇ ਅਮਰੀਕ ਸਿੰਘ ਨੂੰ ਇਸ ਗੱਲ ਦੀ ਰਿਆਇਤ ਦਿੱਤੀ ਅਤੇ ਕਿਉਂ? ਅਮਰੀਕ ਸਿੰਘ ਸਰਕਾਰੀ ਨੌਕਰੀ ਕਰਦਾ ਸੀ, ਜਿਸ ਕਰਕੇ ਉਹ ਜ਼ਿਆਦਾ ਸਮੇਂ ਘਰ ਤੋਂ ਬਾਹਰ ਰਹਿੰਦਾ ਸੀ। ਉਸਨੂੰ ਆਪਣੇ ਪਿਤਾ ਦੇ ਕਰਜ਼ੇ ਬਾਰੇ ਨਹੀਂ ਪਤਾ ਸੀ। ਜਦੋਂ ਉਹ ਆਪਣੇ ਪਿਤਾ ਦੀ ਮੌਤ 'ਤੇ ਘਰ ਆਉਂਦਾ ਹੈ ਤਾਂ ਸੁਸਾਇਟੀ ਦੇ ਇੰਸਪੈਕਟਰ ਨੇ ਅਮਰੀਕ ਨੂੰ ਦੱਸਿਆ ਹੈ ਕਿ ਉਸਦੇ ਪਿਤਾ ਨੇ 1650 ਰੁਪਏ ਖਾਦ ਦੇ ਕਰਜ਼ੇ ਵਜੋਂ ਲਏ ਸਨ। ਇਹ ਪੈਸੇ ਕਾਨੂੰਨੀ ਰੂਪ ਵਿੱਚ ਕਰਜ਼ਦਾਰ ਦੀ ਮੁਸ਼ਤ ਕਿਸ਼ਤ ਵਿੱਚ ਜਮ੍ਹਾਂ ਕਰਵਾਉਣੇ ਪੈਂਦੇ ਹਨ। ਸੁਸਾਇਟੀ ਦੇ ਇੰਸਪੈਕਟਰ ਨੇ ਉਸਨੂੰ 2 ਕਿਸ਼ਤਾਂ ਪੈਸੇ ਜਮ੍ਹਾਂ ਕਰਵਾਉਣ ਲਈ ਕਿਹਾ। ਪਹਿਲੀ ਕਿਸ਼ਤ ਲਈ ਉਸਨੇ 15 ਦਿਨਾਂ ਦੀ ਮੁਹੱਲਤ ਦਿੱਤੀ। ਉਹ ਰਿਆਇਤ ਵੀ ਉਸਨੇ ਮੁਲਾਜ਼ਮ ਭਰਾ ਹੋਣ ਦੇ ਨਾਤੇ ਦਿੱਤੀ ਸੀ। ਕਰਤਾਰ ਸਿੰਘ ਦੇ ਛੋਟੀ ਉਮਰੋਂ ਹੀ ਦੁਨੀਆ ਤੋਂ ਤੁਰ ਜਾਣ ਦਾ ਕੀ ਕਾਰਨ ਸਨ? ਕਰਤਾਰ ਸਿੰਘ ਨਸ਼ਿਆਂ ਦਾ ਆਦੀ ਸੀ। ਉਹ ਹਰ ਤਰ੍ਹਾਂ ਦਾ ਨਸ਼ਾ ਕਰਦਾ ਸੀ। ਉਹ ਸ਼ਰਾਬ ਪੀਣ ਦਾ ਆਦੀ ਵੀ ਸੀ ਅਤੇ ਅਫੀਮ ਦਾ ਨਸ਼ਾ ਵੀ ਕਰਦਾ ਸੀ। ਇਸ ਤੋਂ ਇਲਾਵਾ ਵੀ ਹੋਰ ਕਈ ਤਰ੍ਹਾਂ ਦੀਆਂ ਨਸ਼ੇ ਦੀਆਂ ਦਵਾਈਆਂ ਖਾਂਦਾ ਸੀ।
ਇਹ ਸਾਰਾ ਕੁਝ ਹੀ ਉਸ ਦੇ ਛੋਟੀ ਉਮਰੇ ਦੁਨੀਆ ਤੋਂ ਜਾਣ ਦਾ ਕਾਰਨ ਬਣਿਆ। ਬਚਪਨ ਵਿੱਚ ਅਮਰੀਕ ਕਿਹੋ ਜਿਹੇ ਬਾਪ ਦੀ ਕਲਪਨਾ ਕਰਦਾ ਹੈ ਅਤੇ ਕਿਉਂ? ਕਰਤਾਰ ਸਿੰਘ ਆਪਣੇ ਪੁੱਤਰ ਅਮਰੀਕ ਨੂੰ ਬਹੁਤ ਪਿਆਰ ਕਰਦਾ ਸੀ। ਉਸਦੇ ਸਰੀਰ ਦੀ ਬਣਤਰ ਵੀ ਨੌਜਵਾਨਾਂ ਵਰਗੀ ਸੀ। ਕਰਤਾਰ ਸਿੰਘ ਜਦੋਂ ਅਮਰੀਕ ਨੂੰ ਪਹਿਲੀ ਵਾਰ ਜਮਾਤ ਵਿੱਚ ਸਕੂਲ ਦਾ ਦਾਖਲ ਕਰਵਾਉਣ ਗਿਆ ਤਾਂ ਉਸਦੀ ਨਿੱਕੀ ਨਿੱਕੀ ਦਾੜੀ ਵੇਖ ਕੇ ਮਾਸਟਰ ਜੀ ਬੜੇ ਖੁਸ਼ ਹੁੰਦੇ ਹਨ। ਅਮਰੀਕ ਨੂੰ ਜਦ ਵੀ ਕੋਈ ਅਜਨਬੀ ਉਸਦੇ ਪਿਤਾ ਬਾਰੇ ਪੁੱਛਦਾ ਤਾਂ ਕਰਤਾਰ ਸਿੰਘ ਨੂੰ ਉਹ ਅਮਰੀਕ ਦਾ ਵੱਡਾ ਭਰਾ ਹੀ ਸਮਝਦਾ। ਅਮਰੀਕ ਨੂੰ ਇਹ ਚੰਗਾ ਨਹੀਂ ਲੱਗਦਾ ਸੀ। ਉਸ ਦੀ ਨਜ਼ਰ ਵਿੱਚ ਸਾਰੇ ਪਿਓਆਂ ਸਿਆਣੇ ਬਿਆਣੇ ਅਤੇ ਤੋਲੀ ਦਾੜੀ ਵਾਲੇ ਹੋਣੇ ਚਾਹੀਦੇ ਹਨ। ਅਮਰੀਕ ਦੇ ਦਾਦੇ ਨੇ ਗਹਿਣੇ ਪਈ ਆਪਣੀ ਪੈਲੀ ਨੂੰ ਕਿਵੇਂ ਛੁਡਾਇਆ? ਅਮਰੀਕ ਦੇ ਪੈਦਾ ਹੋਣ ਤੋਂ ਕਈ ਸਾਲ ਪਹਿਲਾਂ ਹੀ ਉਸਦਾ ਦਾਦਾ ਵਿਦੇਸ਼ ਚਲਾ ਗਿਆ ਸੀ। ਦਾਦੇ ਨੇ ਕਈ ਸਾਲ ਵਿਦੇਸ਼ਾਂ ਵਿੱਚ ਕੰਮ ਕੀਤਾ। ਉਸਦਾ ਫਜ਼ੂਲ ਖਰਚੀ ਵਿੱਚ ਬਿਲਕੁਲ ਵਿਸ਼ਵਾਸ ਨਹੀਂ ਸੀ। ਉਸਨੇ ਹੌਲੀ ਹੌਲੀ ਮਿਹਨਤ ਨਾਲ ਪੈਸਾ ਜੋੜ ਕੇ ਗਹਿਣੇ ਪਈ ਸਾਰੀ ਪੈਲੀ ਨੂੰ ਛੁਡਵਾਇਆ। ਇਸ ਕਹਾਣੀ ਵਿੱਚ ਅਜਿਹੀ ਕਿਹੜੀ ਘਟਨਾ ਵਾਪਰੀ ਸੀ ਜਿਸ ਕਾਰਨ ਘਰ ਵਿੱਚ ਹਨੇਰੇ ਵਾਤਾਵਰਣ ਵਰਗੀ ਚੁੱਪ ਛਾਈ ਹੋਈ ਸੀ? ਕਰਤਾਰ ਸਿੰਘ ਨਸ਼ਿਆਂ ਦਾ ਆਦੀ ਸੀ। ਨਸ਼ਾ ਕਰਨ ਨਾਲ ਉਸਦੀ ਮੌਤ ਹੋ ਗਈ ਸੀ। ਉਸਦੀ ਮੌਤ ਪਿੱਛੋਂ ਉਸਦੀ ਆਤਮਿਕ ਸ਼ਾਂਤੀ ਲਈ ਰੱਖੇ ਹੋਏ ਪਾਠ ਦਾ ਭੋਗ ਪੈ ਗਿਆ ਸੀ। ਸਾਰੀ ਜ਼ਿੰਮੇਵਾਰੀ ਹੁਣ ਕਰਤਾਰ ਸਿੰਘ ਦੇ ਵੱਡੇ ਮੁੰਡੇ ਅਮਰੀਕ 'ਤੇ ਆ ਪਈ ਸੀ। ਅਸਲ ਵਿੱਚ ਸਾਰੇ ਸੋਗੀ ਅਵਸਥਾ ਵਿੱਚ ਸਨ ਤੇ ਇਸੇ ਲਈ ਘਰ ਵਿੱਚ ਹਨੇਰੇ ਵਾਤਾਵਰਣ ਵਰਗੀ ਚੁੱਪ ਛਾਈ ਹੋਈ ਸੀ। वीडियो अच्छी लगी हो तो वीडियो ਨੂੰ ਲਾਈਕ ਕਰਨਾ, ਆਪਣੇ ਫਰੈਂਡਸ ਦੇ ਨਾਲ ਵੀ ਸ਼ੇਅਰ ਜ਼ਰੂਰ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਕਮੈਂਟ ਕਰਨਾ। ਧੰਨਵਾਦ।